ਸੋ ਦਰ ਰਾਗ ਆਸਾ ਮਹਿਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੀਤੇ ਤੇਰੇ ਵਾਮਨ ਹਾਰੇ। ਕੀਤੇ ਤੇਰੇ ਰਾਗ ਪਰਿਸੋਂ ਕਈਆਂ, ਕੀਤੇ ਤੇਰੇ ਗਾਵਨ ਹਾਰੇ। ਗਾਵਨ ਤੁਧਨੂੰ ਪਵਨ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਧਨੂੰ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੂੰ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਧਨੂੰ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਧਰ ਨਾਲੇ। ਗਾਵਨ ਤੁਧਨੂੰ ਸਿੱਧ ਸਮਾਧੀ ਅੰਦਰ, ਗਾਵਨ ਤੁਧਨੂੰ ਸਾਧ ਵਿਚਾਰੇ। ਗਾਵਨ ਤੁਧਨੂੰ ਜਤੀ ਸਤੀ ਸੰਤੋਖੀ, ਗਾਵਨ ਤੁਧਨੂੰ ਵੀਰ ਕਰਾਰੇ। ਗਾਵਨ ਤੁਧਨੂੰ ਪੰਡਿਤ ਭੰਨ ਰਖੀਸੁਰ, ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਧਨੂੰ ਮੋਹਣੀਆਂ ਮਨਮੋਹਨ, ਸੁਰਗ ਮਛ ਪਿਆਲੇ। ਗਾਵਨ ਤੁਧਨੂੰ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵਨ ਤੁਧਨੂੰ ਜੋਧ ਮਹਾਬਲ ਸੂਰਾ, ਗਾਵਨ ਤੁਧਨੂੰ ਖਾਣੀ ਚਾਰੇ। ਗਾਵਨ ਤੁਧਨੂੰ ਖੰਡ ਮੰਡਲ ਵਰ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸੇਈ ਤੁਧਨੂੰ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਤੁਧਨੂੰ ਗਾਵਨ, ਸੇ ਮੈਂ ਚਿਤ ਨਾ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ, ਨਾਨਕ ਰਹਿਣ ਰਜ਼ਾਈ। तो गुरु पातशाह जी ने इस पावन पवित्र बाणी दे शब्द द्वारा वाहिगुरु अकाल पुरख जी दे उस दरबार का एक सुंदर नक्शा खिंच के साडियां अखां दे सामने दृष्टिमान किया है। ये भी गुरु पातशाह जी का एक बड़ा ही विलक्षण ते प्रभावशाली ढंग है कि साडे वर्गे दुनियादारां नूं जिहड़े अठे पैर दुनियावी धंधियां विच विचरदे हन, उन्हां नूं उस वाहिगुरु अकाल पुरख दे रूबरू खड़ा कर देना, ये पूरे गुरु का काम है। दास अक्सर ये कहा करते हैं कि जे गुरबाणी नूं ध्यानपूर्वक पढ़ीए, लोग तां रब दीयां गल्लां सुणाउंदे हन, पर गुरबाणी रब नाल गल्लां कराउंदी है। पर वो गल्लां करन दा तरीका जो है, वो गुरु नानक पातशाह कोलों सीखना पवेगा।
ਇਸ ਪਾਵਨ ਸ਼ਬਦ ਵਿੱਚ ਪਾਤਸ਼ਾਹ ਨੇ ਸੋ ਦਰ ਸਿਰਲੇਖ ਦੇ ਕੇ ਸਾਡਾ ਧਿਆਨ ਆਕਰਸ਼ਿਤ ਕੀਤਾ ਹੈ। ਉਹ ਦਰ, ਉਹ ਦਰਬਾਰ, ਉਹ ਦਰਵਾਜ਼ਾ ਜੋ ਵਾਹਿਗੁਰੂ ਅਕਾਲ ਪੁਰਖ ਜੀ ਦੇ ਦਰਬਾਰ ਦਾ ਸੁੰਦਰ ਦਰ ਹੈ, ਉਸ ਦਾ ਨਾਮ ਹੀ ਸੋ ਦਰ ਰੱਖਿਆ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 3 ਵਾਰੀ ਆਉਂਦਾ ਹੈ। ਇੱਕ ਵਾਰੀ ਅਸੀਂ ਜਪਜੀ ਸਾਹਿਬ ਵਿੱਚ ਪੜ੍ਹ ਚੁੱਕੇ ਹਾਂ। ਹੁਣ ਇਹ ਸੋਦਰ ਬਾਣੀ ਦੇ ਤਥਾ ਰਹਿਰਾਸ ਦੀ ਆਰੰਭਤਾ ਸਮੇਂ ਆਉਂਦਾ। ਅੱਜ ਬਹੁਤ ਸਾਰੇ ਲੋਕਾਂ ਨੇ, ਵੱਖ-ਵੱਖ ਸੰਪਰਦਾਵਾਂ ਨੇ, ਵੱਖ-ਵੱਖ ਗੁਟਕਾ ਸਾਹਿਬ ਛਾਪਣ ਵਾਲਿਆਂ ਨੇ ਇਸ ਸ਼ਬਦ ਤੋਂ ਪਹਿਲਾਂ ਕਈ ਸ਼ਬਦ ਆਪਣੀ ਮਨਮਰਜ਼ੀ ਨਾਲ ਜੋੜੇ ਹਨ। ਕੋਈ ਹਰ ਜੁਗ ਜੁਗ ਭਗਤੋਂ ਪਾਇਆ ਪਹਿਲੇ ਪੜ੍ਹਦਾ ਹੈ, ਕੋਈ ਆਪੇ ਪੱਟੀ ਕਲਮ ਆਪ ਪੜ੍ਹਦਾ ਹੈ, ਕੋਈ ਦੁਖਦਾਰੂ ਸੁਖ ਰੋਗ ਭਇਆ ਪੜ੍ਹਦਾ ਹੈ। ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜਦੋਂ ਸੋਦਰ ਦੀ ਚੌਕੀ ਆਰੰਭ ਹੁੰਦੀ ਹੈ ਤਾਂ ਉਸ ਦਾ ਆਰੰਭ ਸੋ ਦਰ ਤੇਰਾ ਕਿਹਾ ਤੋਂ ਕੀਤਾ ਜਾਂਦਾ। ਇਸ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਪਰ ਕੁਝ ਵੀਰ, ਕੁਝ ਪ੍ਰੇਮੀ ਜਿਹੜੇ ਡੇਰਿਆਂ ਨਾਲ ਤੇ ਸੰਪਰਦਾਵਾਂ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਕਹਿੰਦੇ ਸੁਣਿਆ ਗਿਆ ਕਿ ਦੇਖੋ ਜੀ ਰਹਿਰਾਸ ਛੋਟੀ ਕਰ ਦਿੱਤੀ ਹੈ। ਨਾ ਕਿਸੇ ਨੇ ਛੋਟੀ ਕੀਤੀ ਹੈ ਤੇ ਨਾ ਕਿਸੇ ਨੂੰ ਵੱਡੀ ਕਰਨ ਦਾ ਅਧਿਕਾਰ ਹੈ। ਇਸ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਸੋਦਰ ਬਾਣੀ ਦਾ ਆਰੰਭ ਇਸ ਪਾਵਨ ਸ਼ਬਦ ਤੋਂ ਹੁੰਦਾ ਹੈ। ਮੰਨਣਾ ਨਾ ਮੰਨਣਾ ਇਹ ਸਾਡੀ ਇੱਕ ਆਪਣੀ ਨਿੱਜੀ ਰਾਏ ਹੈ, ਪਰ ਦਾਸ ਬੇਨਤੀ ਕਰੇਗਾ ਪੰਥ ਦੀ ਇਕਸਾਰਤਾ ਲਈ ਸਾਨੂੰ ਸਾਰਿਆਂ ਨੂੰ ਸਾਰੇ ਮਤਭੇਦ ਛੱਡ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਤੋਂ ਤਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਿਆਦਾ ਤੋਂ ਸੇਧ ਲੈ ਕੇ ਇੱਥੋਂ ਸੋਦਰ ਬਾਣੀ ਦਾ ਆਰੰਭ ਕਰਨਾ ਚਾਹੀਦਾ। ਤੋ ਸਿਰਲੇਖ ਹੈ ਸੋ ਦਰ, ਰਾਗ ਆਸਾ, ਮਹਿਲਾ ਪਹਿਲਾ। ਰਾਗ ਦਾ ਨਾਮ ਆਸਾ ਹੈ, ਬਾਣੀ ਦਾ ਨਾਮ ਸੋਦਰ ਹੈ ਅਤੇ ਮਹਿਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਦੇ ਪਹਿਲੇ ਸਰੂਪ ਨੇ ਉਚਾਰਨ ਕੀਤੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਮੰਗਲਾਚਰਨ ਹੈ। ਜਿਵੇਂ ਹਰ ਧਰਮ ਅਵਲੰਬੀ ਆਪਣੇ ਆਪਣੇ ਧਰਮ ਦੇ ਵਿਸ਼ਵਾਸ ਮੁਤਾਬਕ ਕੋਈ ਵੀ ਲਿਖਤ ਲਿਖਣ ਲੱਗਦਾ ਹੈ, ਕੋਈ ਯਾ ਅੱਲਾ ਲਿਖਦਾ ਹੈ, ਕੋਈ ਹਰੀ ਓਮ ਲਿਖਦਾ ਹੈ, ਕੋਈ ਕੁਝ ਹੋਰ ਲਿਖਦਾ ਹੈ, ਪਰ ਗੁਰਮਤਿ ਦੇ ਮੰਨਣ ਵਾਲੇ ਇੱਕ ਓੰਕਾਰ ਜਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਸ਼ੁਰੂ ਕਰਦੇ ਹਨ। ਇਹਦਾ ਭਾਵ ਹੈ ਆਪਣੇ ਇਸ਼ਟ ਨੂੰ ਆਵਾਹਨ ਕਰਨਾ, ਯਾਦ ਕਰਨਾ, ਚਿੰਤਨ ਕਰਨਾ। ਪਰਮਾਤਮਾ ਇੱਕ ਹੈ, ਸਰਬ ਸ਼ਕਤੀਵਾਨ ਹੈ, ਸਰਬ ਵਿਆਪਕ ਹੈ। ਹੁਣ ਤੱਕ ਬਹੁਤੀਆਂ ਲਿਖਤਾਂ ਵਿੱਚ ਸਤਿਗੁਰ ਪ੍ਰਸਾਦ ਇਕੱਠਾ ਹੀ ਆਉਂਦਾ, ਪਰ ਕੁਝ ਦੇਰ ਤੋਂ ਮੈਂ ਦੇਖਦਾ ਹਾਂ ਜਦੋਂ ਤੋਂ ਵਿਚਾਰ ਦਾ ਮਾਰਗ ਜ਼ਿਆਦਾ ਖੁੱਲਿਆ ਹੈ, ਹੁਣ ਸਤ ਨੂੰ ਵੱਖਰਾ ਵੀ ਲਿਖਣ ਲੱਗ ਪਏ ਨੇ, ਜਿਸ ਦਾ ਮਤਲਬ ਹੈ ਉਹ ਪਰਮਾਤਮਾ ਜੋ ਇੱਕ ਹੈ, ਸਰਬ ਸ਼ਕਤੀਵਾਨ ਤੇ ਸਰਬ ਵਿਆਪਕ ਹੈ, ਉਹ ਸਦਾ ਸਤ ਹੈ। ਕਿਉਂਕਿ ਗੁਰਬਾਣੀ ਵਿੱਚ ਸਤ 3 ਰੂਪਾਂ ਵਿੱਚ ਆਉਂਦਾ। ਇੱਕ ਸਤ ਤੱਤੇ ਨੂੰ ਸਿਹਾਰੀ ਨਾਲ, ਇੱਕ ਸਤ ਤੱਤੇ ਨੂੰ ਔਂਕੜ ਨਾਲ, ਇੱਕ ਸਤ ਤੱਤਾ ਮੁਕਤਾ। ਤੋ ਲਗਾ ਮਾਤਰਾਂ ਦੇ ਘਟਣ ਵਧਣ ਦੇ ਨਾਲ ਵੀ ਅਰਥਾਂ ਵਿੱਚ ਕਾਫੀ ਬਦਲਾਅ ਆਉਂਦਾ ਹੈ। ਤੋ ਇਹਦਾ ਮਤਲਬ ਹੈ ਉਹ ਇੱਕ ਸਰਵ ਸ਼ਕਤੀਵਾਨ, ਸਰਵ ਵਿਆਪਕ, ਸਦਾ ਸੱਚ ਹੈ। ਤੇ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਉਸ ਦੇ ਗੁਣਾਂ ਦੀ ਜਾਣਕਾਰੀ ਹੁੰਦੀ ਹੈ। ਪਰ ਜੇ ਇਹਨੂੰ ਸਤਿਗੁਰ ਪ੍ਰਸਾਦ ਵੀ ਪੜ੍ਹ ਲਿਆ ਜਾਏ ਤਾਂ ਇਹਦੇ ਵਿੱਚ ਕੋਈ ਬਹੁਤੇ ਦੋਸ਼ ਵਾਲੀ ਬਾਤ ਨਹੀਂ। ਹੁਣ ਪਾਤਸ਼ਾਹ ਉਸ ਅਕਾਲ ਪੁਰਖ ਦੇ ਦਰਬਾਰ ਦਾ ਵਰਣਨ ਕਰਦੇ ਹੋਏ ਸਾਡਾ ਧਿਆਨ ਦਿਵਾਉਂਦੇ ਹਨ
ਸੋ ਦਰ ਤੇਰਾ ਕਿਹਾ। हे ਅਕਾਲ ਪੁਰਖ ਜੀ, ਤੁਹਾਡਾ ਉਹ ਦਰ ਕਿਹੋ ਜਿਹਾ ਹੈ। ਸੋ ਘਰ ਕਿਹਾ, ਤੁਹਾਡਾ ਉਹ ਘਰ ਕਿਹੋ ਜਿਹਾ ਹੈ। ਜਿਤ ਬੈ ਸਰਬ ਸੰਭਾਲੇ, ਜਿਸ ਘਰ ਵਿੱਚ, ਜਿਸ ਦਰ ਵਿੱਚ ਬੈਠ ਕੇ ਤੁਸੀਂ ਸਾਰੇ ਜੀਵਾਂ ਦੀ ਸੰਭਾਲ ਕਰਦੇ ਹੋ। ਵਾਜੇ ਤੇਰੇ ਨਾਦ ਅਨੇਕ ਅਸੰਖ, ਕੀਤੇ ਤੇਰੇ ਵਾਮਨ ਹਾਰੇ। ਤੁਹਾਡੇ ਦਰਬਾਰ ਦੇ ਅੰਦਰ ਕਿਤਨੇ ਹੀ ਅਨੇਕਾਂ ਅਸੰਖਾਂ ਵਾਜੇ ਹਨ, ਤਥਾ ਉਹਨਾਂ ਦੀਆਂ ਨਾਦ ਧੁਨੀਆਂ ਹਨ। ਤੇ ਕੀਤੇ ਤੇਰੇ ਵਾਮਨ ਹਾਰੇ, ਕਿਤਨੇ ਹੀ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਵਜੰਤਰੀ ਹਨ। ਕੀਤੇ ਤੇਰੇ ਰਾਗ ਪਰਿਸਿਉ ਕਈਐ, ਕੀਤੇ ਤੇਰੇ ਗਾਵਣ ਹਾਰੇ। ਕਿਤਨੇ ਹੀ ਤੇਰੇ ਦਰਬਾਰ ਵਿੱਚ ਰਾਗ ਤਥਾ ਪਰੀ ਰਾਗਣੀਆਂ ਸਿਉ ਸਮੇਤ ਕਈਆਂ ਕਹੇ ਜਾਂਦੇ ਨੇ। ਔਰ ਕੀਤੇ ਤੇਰੇ ਗਾਵਣ ਹਾਰੇ, ਕਿਤਨੇ ਹੀ ਤੇਰੇ ਉਹਨਾਂ ਰਾਗ ਰਾਗਣੀਆਂ ਨੂੰ ਗਾਉਣ ਵਾਲੇ ਗਵਈਏ ਹਨ। ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਇੱਥੇ ਗਾਵਨ ਸ਼ਬਦ ਬਹੁਵਚਨ ਕਰਕੇ ਆਇਆ। ਤੁਧ ਨੂੰ, ਤੈਨੂੰ ਗਾਉਂਦੇ ਹਨ ਪਵਨ, ਹਵਾ, ਪਾਣੀ ਅਤੇ ਬੈਸੰਤਰ ਆਗਾਦ। ਕਿਉਂਕਿ ਨਿਯਮ ਹੈ ਕਿ ਜਦੋਂ ਇੱਕ ਤੋਂ ਵੱਧ ਹੋ ਜਾਏ ਫਿਰ ਪਲੂਰਲ ਬਹੁਵਚਨ ਹੋ ਜਾਂਦਾ, ਤੇ ਬਹੁਵਚਨ ਪ੍ਰਗਟਾਉਣ ਲਈ ਉਸ ਨੂੰ ਗਾਵਨ ਕਿਹਾ ਹੈ। ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ। ਕੁਝ ਲੋਕ ਸਵਾਲ ਕਰਦੇ ਨੇ ਕਿ ਪਵਨ ਕਿਵੇਂ ਗਾਉਂਦੀ ਹੈ, ਪਾਣੀ ਕਿਵੇਂ ਗਾਉਂਦਾ ਹੈ, ਅੱਗ ਕਿਵੇਂ ਗਾਉਂਦੀ ਹੈ। ਭਾਈ ਇਹ ਸਭ ਉਸ ਦੇ ਹੁਕਮ ਵਿੱਚ ਚੱਲਦੇ ਨੇ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਣਾ ਲਖ ਦਰਿਆਓ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਉਹਦੇ ਹੁਕਮ ਨੂੰ ਮੰਨਣਾ, ਉਸ ਨੂੰ ਗਾਉਣਾ ਹੈ, ਉਹਦੇ ਵੱਡੇਪਨ ਅੱਗੇ ਸਿਰ ਨਿਵਾਉਣਾ ਹੈ। ਗਾਵੇ ਰਾਜਾ ਧਰਮ ਦੁਆਰੇ। ਹੁਣ ਜਿਹੜੇ ਲੋਕ ਗਾਵੇਂ ਜਾਂ ਗਾਵਨ ਤੇ ਕੁਝ ਸ਼ੰਕਾ ਪ੍ਰਗਟ ਕਰਦੇ ਨੇ, ਉਹਨਾਂ ਨੂੰ ਇੱਥੋਂ ਸੇਧ ਲੈ ਲੈਣੀ ਚਾਹੀਦੀ ਹੈ। ਜਿੱਥੇ ਇੱਕ ਦੀ ਗੱਲ ਹੈ ਉੱਥੇ ਗਾਵੇ ਹੈ, ਔਰ ਉਸਦੇ ਸਪੈਲਿੰਗ ਬੜੇ ਸਪਸ਼ਟ ਨੇ। ਗੱਗੇ ਨੂੰ ਗਾ ਕਰਨਾ, ਬੱਬੇ ਨੂੰ ਵੈਦ ਲਾਵਾਂ, ਗਾਵੇ। ਰਾਜਾ ਧਰਮ, ਧਰਮ ਦੇ ਮੰਮੇ ਨੂੰ ਔਂਕੜ ਹੈ। ਇੱਕ ਵਚਨ ਹੋਣ ਕਰਕੇ ਰਾਜਾ ਧਰਮ ਗਾਵੇ ਹੈ, ਭਾਵ ਧਰਮ ਰਾਜਾ ਵੀ ਤੁਹਾਡੇ ਦੁਆਰੇ ਤੇ ਗਾਉਂਦਾ ਹੈ। ਗਾਵਨ ਤੁਧਨੋਂ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਉਂਦੇ ਹਨ ਤੁਹਾਨੂੰ ਚਿੱਤਰ ਅਤੇ ਗੁਪਤ। ਕਈ ਥਾਵਾਂ ਤੇ ਇਸ ਨੂੰ ਇੱਕ ਕਰਕੇ ਵੀ ਮੰਨਿਆ, ਪਰ ਇੱਥੇ ਮਹਾਰਾਜ ਨੇ ਚਿੱਤ ਗੁਪਤ ਲਿਖ ਜਾਣਨ ਦੋ ਮੰਨੇ ਹਨ। ਚਿੱਤਰ ਜੋ ਮਨੁੱਖ, ਮੈਂ ਤੇ ਤੁਸੀਂ ਪ੍ਰੈਕਟੀਕਲੀ ਕੰਮ ਕਰਦੇ ਹਾਂ, ਉਹਨਾਂ ਨੂੰ ਚਿੱਤਰ ਨੋਟ ਕਰਦਾ। ਗੁਪਤ ਜੋ ਅਸੀਂ ਆਪਣੇ ਹਿਰਦੇ ਵਿੱਚ ਸੋਚਦੇ ਹਾਂ ਤੇ ਕਰ ਨਹੀਂ ਸਕਦੇ, ਉਹਨੂੰ ਗੁਪਤ ਲਿਖ ਲੈਂਦਾ। ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ। ਜੋ ਲਿਖਣਾ ਜਾਣਦੇ ਹਨ, ਜਿਨ੍ਹਾਂ ਦੀ ਲਿਖਣ ਦੀ ਡਿਊਟੀ ਹੈ, ਲਿਖ ਲਿਖ ਧਰਮ ਵਿਚਾਰੇ। ਉਹਨਾਂ ਦੇ ਲਿਖੇ ਹੋਏ ਨੂੰ ਧਰਮ ਰਾਜਾ ਵਿਚਾਰਦਾ ਹੈ। ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ। ਤੁਹਾਨੂੰ ਗਾਉਂਦੇ ਹਨ ਸ਼ਿਵ ਜੀ, ਬ੍ਰਹਮਾ ਅਤੇ ਦੇਵੀਆਂ। ਸੋਹਣ ਤੇਰੇ ਸਦਾ ਸਵਾਰੇ। ਜਿਹੜੇ ਤੁਹਾਡੇ ਸਵਾਰੇ ਹੋਏ ਸੋਹਣ ਸ਼ੋਭਾ ਪਾ ਰਹੇ ਹਨ। ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਤੁਹਾਨੂੰ ਗਾਉਂਦੇ ਹਨ ਇੰਦਰ। ਇੱਥੇ ਇੰਦਰ ਬਹੁਵਚਨ ਕਰਕੇ ਲਿਖਿਆ, ਭਾਵ ਕਈ ਇੰਦਰ ਇੰਦਰਾਸਨ ਬੈਠੇ, ਇੰਦਰ ਦੇ ਆਸਣ ਤੇ ਬੈਠੇ ਹੋਏ, ਤੇ ਦੇਵਤਿਆਂ ਦਰ ਨਾਲੇ, ਕਿਉਂਕਿ ਇੰਦਰ ਨੂੰ ਦੇਵਤਿਆਂ ਦਾ ਰਾਜਾ ਕਿਹਾ ਜਾਂਦਾ। ਤੇ ਜਿੱਥੇ ਰਾਜਾ ਗਾਏਗਾ, ਉਹਦੀ ਪ੍ਰਜਾ, ਉਸ ਦੇ ਅਧੀਨ ਜਿਹੜੇ ਲੋਕ ਨੇ ਉਹ ਵੀ ਗਾਉਂਦੇ ਨੇ। ਭਾਵ ਇੰਦਰ ਅਤੇ ਦੇਵਤੇ ਸਾਰੇ ਹੀ ਤੁਹਾਨੂੰ ਗਾ ਰਹੇ ਹਨ,
ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਅਨੇਕਾਂ ਹੀ ਸਿੱਧ ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕਰ ਲਈਆਂ ਨੇ, ਸਮਾਧੀਆਂ ਲਾ ਕੇ, ਧਿਆਨ ਲਾ ਕੇ ਤੁਹਾਨੂੰ ਗਾ ਰਹੇ ਨੇ। ਔਰ ਗਾਵਨ ਤੁਧਨੂੰ ਸਾਧ ਵਿਚਾਰੇ, ਅਨੇਕਾਂ ਹੀ ਸਾਧੂ ਆਪਣੇ ਆਪ ਨੂੰ ਸਾਧਨਾ ਕਰਕੇ, ਆਪਣੇ ਆਪ ਤੇ ਕੰਟਰੋਲ ਕਰਕੇ, ਕਿਉਂਕਿ ਸਾਧਨ ਦਾ ਮਤਲਬ ਹੈ ਆਪਣੇ ਇੰਦਰੀਆਂ ਨੂੰ ਸਾਧਨਾ, ਕਾਬੂ ਵਿੱਚ ਕਰਨਾ, ਵਸੀਕਰਨ ਕਰਨਾ, ਉਹ ਵੀ ਵਿਚਾਰ ਕਰਕੇ ਤੁਹਾਨੂੰ ਗਾ ਰਹੇ ਹਨ। ਗਾਵਨ ਤੁਧਨੋ ਜਤੀ ਸਤੀ ਸੰਤੋਖੀ। ਜਤੀ ਦਾ ਮਤਲਬ ਹੈ ਜਤ ਧਾਰਨ ਵਾਲੇ, ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ, ਰਖੀਕ ਨੂੰ ਕਾਬੂ ਕਰ ਲਿਆ, ਉਹ ਵੀ ਤੁਹਾਨੂੰ ਗਾ ਰਹੇ ਹਨ। ਸਤੀ ਦਾ ਮਤਲਬ ਹੈ ਸਤਵਾਦੀ, ਦਾਨ ਕਰਨ ਵਾਲੇ, ਸੰਤੋਖੀ। ਇਹ ਹਮੇਸ਼ਾ ਗੁਰਬਾਣੀ ਵਿੱਚ ਸਤ ਸੰਤੋਖ ਜਿਹੜਾ ਇਹ ਨੇੜੇ ਨੇੜੇ ਆਉਂਦਾ। ਸੰਤੋਖ ਨਾ ਹੋਵੇ ਕੋਈ ਕਿਸੇ ਨੂੰ ਦਾਨ ਕਰ ਹੀ ਨਹੀਂ ਸਕਦਾ। ਇਸ ਲਈ ਮਹਾਰਾਜ ਕਹਿੰਦੇ ਨੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਉਹ ਸੂਰਬੀਰ ਬਹਾਦਰ ਲੜਾਕੇ ਉਹ ਵੀ ਤੁਹਾਨੂੰ ਗਾ ਰਹੇ ਨੇ। ਭਾਵ ਜਦੋਂ ਉਹ ਮੈਦਾਨੇ ਜੰਗ ਵਿੱਚ ਜਾਂਦੇ ਨੇ, ਉਹ ਤੁਹਾਨੂੰ ਯਾਦ ਕਰਕੇ, ਤੁਹਾਡਾ ਨਾਮ ਲੈ ਕੇ ਮੈਦਾਨੇ ਜੰਗ ਵਿੱਚ ਜੂਝਣ ਲਈ ਜਾਂਦੇ ਹਨ। ਗਾਵਨ ਤੁਧਨੋ ਪੰਡਿਤ ਪੜਨ ਰਖੀਸੁਰ, ਜੁਗ ਜੁਗ ਵੇਦਾਂ ਨਾਲੇ। ਗਾਉਂਦੇ ਹਨ ਤੁਹਾਨੂੰ ਬੜੇ ਬੜੇ ਪੰਡਿਤ ਵਿਦਵਾਨ ਲੋਕ। ਧਿਆਨ ਰੱਖਣ ਵਾਲੀ ਗੱਲ ਹੈ ਕਿ ਇੱਥੇ ਪੰਡਿਤ ਦਾ ਤੱਤਾ ਮੁਕਤਾ ਹੈ, ਇਹ ਬਹੁਵਚਨ ਹੈ। ਜੇ ਪੰਡਿਤ ਦੇ ਤੱਤੇ ਨੂੰ ਔਂਕੜ ਹੋਵੇਗਾ ਤੇ ਇੱਕ ਵਚਨ ਸਿੰਗੂਲਰ, ਜਿਵੇਂ ਸੁਖਮਨੀ ਸਾਹਿਬ ਚਾਹੁੰਦਾ ਸੋ ਪੰਡਿਤ ਜੋ ਮਨ ਪ੍ਰਬੋਧੇ, ਉੱਥੇ ਪੰਡਿਤ ਦੇ ਤੱਤੇ ਨੂੰ ਔਂਕੜ ਹੈ। ਇਹ ਮੈਂ ਇਸ ਕਰਕੇ ਇਹਨਾਂ ਪੰਕਤੀਆਂ ਨੂੰ ਲਗਾ ਮਾਤਰਾ ਨੂੰ ਗੱਲ ਕਰਦਾ, ਤਾਂ ਜੋ ਪਾਠ ਕਰਨ ਵਾਲੇ ਪ੍ਰੇਮੀਆਂ ਨੂੰ, ਵਿਚਾਰ ਕਰਨ ਵਾਲੇ ਗੁਰਮੁਖਾਂ ਨੂੰ ਇਹਨਾਂ ਲਗਾ ਮਾਤਰਾ ਦੀ ਮਹੱਤਤਾ ਦਾ ਪਤਾ ਲੱਗ ਜਾਏ। ਗਾਵਨ ਤੁਧਨੋ ਪੰਡਿਤ ਪੜਨ ਰਖੀਸੁਰ, ਬੜੇ ਬੜੇ ਰਿਖੀ ਤਥਾ ਰਖੀਸ਼ਵਰ, ਰਿਖੀਆਂ ਦੇ ਜਿਹੜੇ ਸ਼੍ਰੋਮਣੀ ਨੇ ਉਹ ਵੀ ਤੁਹਾਨੂੰ ਗਾ ਰਹੇ ਨੇ। ਜੁਗ ਜੁਗ ਵੇਦਾਂ ਨਾਲੇ, 4 ਵੇਦ ਕਹੇ ਜਾਂਦੇ ਨੇ, ਔਰ ਉਹ ਵੇਦ ਹਰ ਯੁੱਗ ਦੇ ਨਾਲ ਸੰਬੰਧਿਤ ਨੇ। ਜਿਵੇਂ ਸਾਮ ਵੇਦ, ਰਿਗ ਵੇਦ, ਜੁਜਰ ਵੇਦ, ਅਥਰਵਣ ਵੇਦ, ਹਰ ਯੁੱਗ ਦੇ ਵੱਖਰੇ ਵੱਖਰੇ ਵੇਦ ਮੰਨੇ ਜਾਂਦੇ ਨੇ। ਜਿਵੇਂ ਆਸਾ ਕੀ ਵਾਰ ਵਿੱਚ ਵੇਰਵਾ ਹੈ, ਸਾਮ ਕਹਿ ਸਿਤੰਬਰ ਸੁਆਮੀ, ਰਿਗ ਕਹਿ ਰਿਹਾ ਭਰਪੂਰ, ਵਗੈਰਾ ਵਗੈਰਾ। ਹਰ ਯੁੱਗ ਦੀ ਵੱਖਰਾ ਵੇਦ ਮੰਨਿਆ ਜਾਂਦਾ ਹੈ। ਭਾਵ ਉਹਨਾਂ ਵੇਦ ਮੰਤਰਾਂ ਦੇ ਅਨੁਸਾਰ ਹਰ ਯੁੱਗ ਵਿੱਚ ਹੋਏ ਬੰਦੇ ਤੁਹਾਨੂੰ ਗਾ ਰਹੇ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮੱਛ ਪਿਆਲੇ। ਉਹ ਮੋਹਣੀਆਂ, ਮਨ ਨੂੰ ਮੋਹ ਲੈਣੀਆਂ, ਮੋਹ ਲੈਣ ਵਾਲੀਆਂ ਅਪਛਰਾ, ਜਿਹੜੀਆਂ ਕਿ ਮਨ ਨੂੰ ਮੋਹ ਲੈਂਦੀਆਂ ਹਨ, ਉਹ ਵੀ ਤੁਹਾਨੂੰ ਗਾ ਰਹੀਆਂ ਹਨ। ਔਰ ਸੁਰਗ ਮੱਛ ਪਿਆਲੇ, ਇਹਨੂੰ ਕਈ ਪ੍ਰੇਮੀ ਪਿਆਲੇ ਬੋਲ ਦਿੰਦੇ ਨੇ, ਇਹਦਾ ਉਚਾਰਨ ਹੈ ਪਿਆਲੇ। ਸੁਰਗ ਲੋਕ, ਮਾਤ ਲੋਕ ਅਤੇ ਪਤਾਲ ਲੋਕ ਦੇ ਜਿਤਨੇ ਜੀਵ ਹਨ ਉਹ ਵੀ ਤੁਹਾਨੂੰ ਗਾ ਰਹੇ। ਗਾਵਨ ਤੁਧਨੋ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਤੁਹਾਡੇ ਪੈਦਾ ਕੀਤੇ ਹੋਏ ਰਤਨ। ਇੱਕ ਮਿਥਿਹਾਸਕ ਮਿਥਿਆ ਕਹਾਣੀ ਹੈ ਕਿ ਜੀ ਸਮੁੰਦਰ ਦੇਵਤਿਆਂ ਤੇ ਦੈਂਤਾਂ ਨੇ ਰਿੜਕਿਆ, ਉਹਦੇ ਵਿੱਚੋਂ 14 ਰਤਨ ਕੱਢੇ ਗਏ। ਮਹਾਰਾਜ ਇਸ ਬਹਿਸ ਵਿੱਚ ਨਹੀਂ ਪੈਂਦੇ ਵੀ ਕੱਢੇ ਕਿ ਨਹੀਂ ਕੱਢੇ। ਇਹ ਤਾਂ ਇੱਕ ਵਰਣਨ ਹੈ ਕਿ ਗਾਵਨ ਤੁਧਨੋ ਰਤਨ ਉਪਾਏ ਤੇਰੇ, ਤੁਹਾਡੇ ਪੈਦਾ ਕੀਤੇ ਹੋਏ ਰਤਨ ਵੀ ਤੁਹਾਨੂੰ ਗਾ ਰਹੇ ਨੇ। 68 ਤੀਰਥ ਨਾਲੇ, 68 ਤੀਰਥ, 60 ਦੇ ਠੱਠੇ ਨੂੰ ਸਿਆਰੀ ਹੈ, 60 ਵਿੱਚ 8 ਜਮ੍ਹਾਂ ਕਰ ਦਿਓ ਤੇ 68 ਬਣ ਗਏ। 68 ਤੀਰਥ ਵੀ ਨਾਲ ਹੀ ਗਾ ਰਹੇ ਨੇ। ਗਾਵਨ ਤੁਧਨੋ ਜੋਧ ਮਹਾਂਬਰ ਸੂਰਾ,
बड़े बड़े महाबली सूरमे योधे भी तुहानू गा रहे हैं। गावन तुदनो खाणी चारे, चारे खाणियां दे जीव तथा चारे खाणियां भी तुहानू गा रही हैं। हुण वो चार खाणियां किहड़ियां हन? खाणी का मतलब है जिस विचों कोई चीज़ उपजदी है, उन्होंने खाण कहते हैं। जिवें सोने की खाण, लोहे की खाण, कोयले की खाण। इसे तरह इस सृष्टि की उत्पत्ति दीयां चार खाणियां मन्नियां गईयां: अंडज, जेरज, सेतज, उत्पुज। अंडे तो जन्म लैण वालियां, जेर तो जन्म लैण वालियां, पसीने तो जन्म लैण वालियां तथा उत्पुज जिन्नी बनस्पति। भाव चारे खाणियां भी तुहानू गा रहीआं हन। गावन तुदनो खंड मंडल ब्रह्मंडा, कर कर रखे तेरे धारे। तुहानू गा रहे हन खंड मंडल ब्रह्मंड। 9 खंड कहे जाते हैं। हर तारे का वखरा वखरा मंडल है और समुचे संसार नू ब्रह्मंड कहा जाता। पर क्योंकि गुरु पातशाह जपजी साहब च दस आए ने कि कोई गिणती मिणती नहीं हैगी। पातालां पाताल, लख आगासां आगास। अनेकां ही खंड हन, अनेकां ही मंडल हन, अनेकां ही ब्रह्मंड। सब तुहाडे हुक्म विच काम कर रहे ने। कर कर रखे तेरे धारे, जिहड़े तुहाडे कर करके रखे हुए ने। धारे का मतलब टिकाए हुए ने, तुहाडे हुक्म तो बाहर नहीं हो चल सकते। सेई तुदनो गावन, जो तुद भावन, रत्ते तेरे भगत रसाले। हुण पातशाह कहंदे ने सेई ਉਹ तुद ਨੂੰ ਤੁਹਾਨੂੰ ਗਾਉਂਦੇ ਹਨ, ਜੋ ਤੁਧ ਭਾਵਨ, ਜੋ ਤੁਹਾਨੂੰ ਚੰਗੇ ਲੱਗਦੇ ਨੇ। ਭਾਵ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੈ। ਰਤੇ ਤੇਰੇ ਭਗਤ ਰਸਾਲੇ। ਇੱਥੇ ਹੁਣ ਭਗਤ ਦਾ ਤਤਾ ਮੁਕਤਾ ਹੈ। ਇਹ ਪਲੂਰਲ ਹੈ, ਬਹੁਵਚਨ ਹੈ। ਰਤੇ ਦਾ ਮਤਲਬ ਹੈ ਤੁਹਾਡੇ ਰੰਗ ਵਿੱਚ ਰਤੇ ਹੋਏ। ਰਸਾਲੇ ਦਾ ਮਤਲਬ ਹੈ ਜਿਹੜੇ ਰਸ ਦੇ ਆਲੇ, ਰਸ ਨਾਲ ਭਰਪੂਰ ਨੇ, ਉਹ ਸਭ ਤੁਹਾਨੂੰ ਗਾ ਰਹੇ ਨੇ। ਹੋਰ केते तुदनु गावन, से मैं चित न आवन, नानक क्या विचारे। होर कितने ही तुहानू गा रहे ने। से ओ मैं, मैनू, चित न आवन, मेरी याद विच, मेरे चेते विच नहीं है। देखो उस वाहिगुरु की बेअंतता नू प्रगटाउण ते समझाउण दा भी कितना सुंदर ढंग है। इन्ना कुछ कह के भी पातशाह कहने होर के ते तुदनु गावन, से मैं चित न आवन, वो मेरी याद विच नहीं आते। नानक क्या विचारे। हुण इत्थे नानक दे कक्के नू औंकड़ है। इस नानक ते रुकना नहीं, क्योंकि नानक जी अपने लिए कह रहे ने। ये नानक क्या विचारे, ये की विचार कर सकता है। भाव मैं इतना तुच्छ हाँ, इतना छोटा हाँ, इतना हेच हाँ कि मैं तुहाडी सारी रचना दी ते तुहाडी इस रचना विच तुहानू गाउण वालियां दी विचार करन दे समर्थ नहीं। मैं इन्ना ही कह सकदा, सोई सोई सदा सच, साहिब साचा साची नाई। ओही ओ सदा सच है, जो सच्चा साहिब है और जिसकी वडियाई भी सच्ची है पी होसी, जाए ना जासी, रचना जिन रचाई। जिहड़ा अज भी है, आउण वाले भविखत विच भी होवेगा। ना वो जन्म लैंदा है ते ना वो कदे मरदा है। रचना जिन रचाई, जिसने सारे संसार की रचना रचाई है, बनाई है। रंगी रंगी भांति कर कर जिनसी, माया जिन उपाई। जिसने वख वख रंगां विच, वख वख किस्मां ते वख वख जिनसां विच सारी माया नू पैदा कीता है। साध संगत, परमेश्वर दे रंगां नू कोई गिण नहीं सकता। उसने किस किस ढंग दे जीव पैदा कीते ने, उन्हां दीयां किस्मां नहीं कोई गिण सकता।
ਉਹਨਾਂ ਦੀਆਂ ਜਿਨਸਾਂ ਨਹੀਂ ਕੋਈ ਗਿਣ ਸਕਦਾ। ਠੀਕ ਹੈ, ਖੋਜੀ ਲੋਕ ਖੋਜ ਕਰਦੇ ਨੇ, ਜੀ ਸਦਕੇ ਕਰੀ ਜਾਣ, ਪਰ ਉਹਦਾ ਅੰਤ ਨਹੀਂ ਪਾ ਸਕਦੇ। ਫਿਰ ਪਾਤਸ਼ਾਹ ਆਪ ਹੀ ਫਰਮਾਉਂਦੇ ਨੇ, ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਆਪਣੇ ਕੀਤੇ ਹੋਏ ਨੂੰ ਕਰ ਕਰਕੇ ਦੇਖਦਾ ਹੈ, ਸੰਭਾਲਦਾ ਹੈ, ਨਜ਼ਰ ਵਿੱਚ ਰੱਖਦਾ ਹੈ, ਹਰ ਇੱਕ ਦਾ ਉਹਨੂੰ ਫਿਕਰ ਹੈ। ਜਿਉਂ ਤਿਸ ਦੀ ਵਡਿਆਈ, ਜਿਉਂ ਦਾ ਮਤਲਬ ਜਿਵੇਂ ਉਸ ਦਾ ਵੱਡਾਪਨ ਹੈ। ਪਾਤਸ਼ਾਹ ਨੇ ਬਾਣੀ ਵਿੱਚ ਫਰਮਾਇਆ, ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨ ਕਿਸੀ ਜਿਹਾ ਹੋ ਪਾਇਆ। ਕਿਸੇ ਵਰਗਾ ਕੋਈ ਜੀਵ ਪੈਦਾ ਨਹੀਂ ਕੀਤਾ, ਫਿਰ ਪੈਦਾ ਕਰਕੇ ਉਹ ਆਪ ਹੀ ਵੇਖਦਾ ਹੈ ਤੇ ਵਿਗਸਦਾ ਹੈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਇਹ ਉਸ ਦਾ ਵੱਡਾਪਨ ਹੈ। ਫਿਰ ਪਾਤਸ਼ਾਹ ਆਪ ਹੀ ਨਿਬੇੜਾ ਕਰਦੇ ਨੇ, ਕਹਿੰਦੇ ਜੋ ਤਿਸ ਭਾਵੈ ਸੋ ਹੀ ਕਰਸੀ। ਜੋ ਉਸ ਮਾਲਕ ਨੂੰ ਚੰਗਾ ਲੱਗਦਾ ਉਹੀ ਉਹ ਕਰਦਾ। ਭਾਵ ਉਸ ਨੂੰ ਕਿਸੇ ਦੀ ਮੰਤਰਣਾ, ਕਿਸੇ ਦਾ ਮਸ਼ਵਰਾ, ਕਿਸੇ ਦੀ ਰਾਏ ਲੈਣ ਦੀ ਲੋੜ ਨਹੀਂ ਹੈਗੀ। ਉਹ ਆਪਣੀ ਮੌਜ ਦਾ ਮਾਲਕ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਉਹਦੇ ਉੱਤੇ ਕੋਈ ਹੁਕਮ ਨਹੀਂ ਕਰ ਸਕਦਾ। ਭਾਵ ਉਸ ਤੋਂ ਵੱਡਾ ਹੋਰ ਕੋਈ ਨਹੀਂ ਜਿਹੜਾ ਉਸ ਤੇ ਹੁਕਮ ਕਰੇ। ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ, ਉਹ ਪਾਤਸ਼ਾਹ ਹੈ। ਸੋ ਦਾ ਮਤਲਬ ਉਹ ਪਾਤਸ਼ਾਹ ਹੈ। ਇਹਨੂੰ ਪਾਤਸ਼ਾਹੋ ਨਹੀਂ ਪੜ੍ਹਨਾ। ਇਹ ਜਿਹੜਾ ਹਾਹੇ ਨੂੰ ਔਂਕੜ ਹੈ, ਇਹ ਨਾਉਨ ਪੁਲਿੰਗ ਇੱਕ ਵਚਨ ਦਾ ਸੂਚਕ ਹੈ। ਪਰ ਬਹੁਤ ਸਾਰੇ ਪ੍ਰੇਮੀ ਹਾਹੇ ਦੇ ਔਂਕੜ ਉੱਤੇ ਉਹਨੂੰ ਹੋੜਾ ਬਣਾ ਕੇ ਬੁਲਾਉਣ ਦੇ ਆਦੀ ਹਨ ਜਾਂ ਜਿੱਦ ਕਰਦੇ ਹਨ। ਪਰ ਇਸ ਤੋਂ ਸੇਧ ਮਿਲਦੀ ਹੈ ਕਿ ਇਹ ਔਂਕੜ ਨਾਉਨ ਪੁਲਿੰਗ ਦਾ ਸੂਚਕ ਹੋਣ ਕਰਕੇ ਇਹਨੂੰ ਪਾਤਸ਼ਾਹੋ ਕਹਿਣ ਦੀ ਲੋੜ ਨਹੀਂ। ਸੋ ਪਾਤਸ਼ਾਹ, ਜਦੋਂ ਹਾਹੇ ਔਂਕੜ ਨੂੰ ਅਸੀਂ ਲਘੂ ਮਾਤਰਾ ਮੰਨਦੇ ਹਾਂ, ਮੁਹਾਰਨੀ ਵਿੱਚ ਵੀ ਇਹ ਲਘੂ ਹੈ ਤੇ ਇਸ ਨੂੰ ਉਹਨਾਂ ਕੀ ਬੋਲਣਾ ਚਾਹੀਦਾ। ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ, ਉਹ ਸ਼ਾਹਾਂ ਦਾ ਵੀ ਪਤ ਸਾਹਿਬ ਹੈ। ਭਾਵ ਪਤ ਦਾ ਮਾਲਕ ਹੈ। ਨਾਨਕ ਰਹਿਣ ਰਜ਼ਾਈ, ਨਾਨਕ ਜੀ ਫਰਮਾਉਂਦੇ ਹਨ ਉਹਦੀ ਰਜ਼ਾ ਵਿੱਚ ਹੀ ਰਾਜ਼ੀ ਰਹਿਣਾ ਚਾਹੀਦਾ ਹੈ।